ਸ੍ਰੀ ਅਕਾਲ ਜੀ। ਮੈਂ ਡਾਕਟਰ ਜਸਕਰਨ ਸਿੰਘ ਸੰਧਵਾ। ਤੁਸੀਂ ਦੇਖ ਰਹੇ ਹੋ ਨਿਰਭੈ ਸੱਚ ਚੈਨਲ। ਦੇਸ਼ ਵਿਦੇਸ਼ ਵਿੱਚ ਵਸਦੇ ਨਿਰਭੈ ਸੱਚ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਕਰਨ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਸਰਦਾਰ ਭੁਪਿੰਦਰ ਸਿੰਘ ਵਾੜਾ ਦਰਾਕਾ ਤੋਂ ਬੈਠੇ ਹੈ। ਇੱਕ ਸਮਾਜ ਸੇਵੀ ਵਿਅਕਤੀ ਹੈ। ਇਹ ਪਹਿਲਾਂ ਬੀਐਸਪੀ ਦੇ ਵਿੱਚ ਰਾਜਨੀਤਿਕ ਪਾਰਟੀ ਦੇ ਵਿੱਚ ਕੁਝ ਅਹੁਦੇਦਾਰੀਆਂ ਤੇ ਸੀ। ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੇ ਵਿੱਚ ਆਏ। ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਤੁਸੀਂ ਇਹ ਪਾਰਟੀਆਂ ਕਿਉਂ ਬਦਲੀਆਂ ਤੇ ਕੀ ਕਾਰਨ ਹੈ। ਤੁਸੀਂ ਥੋੜੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ, ਹੁਣ ਤੁਸੀਂ ਬੀਜੇਪੀ ਵਿੱਚ ਚਲੇ ਗਏ। ਹਾਂਜੀ ਭੁਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਿਰਭੈ ਸੱਚ ਚੈਨਲ ਦਾ ਠੀਕ ਹੈ ਨਾ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੱਤਾ ਔਰ ਸਮਾਜ ਦੇ ਦੇਸ਼ ਦੇ ਲੋਕਾਂ ਦੇ ਰੂਬਰੂ ਕਰਨ ਦਾ ਮੌਕਾ ਦਿੱਤਾ। ਸਾਰੇ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਭੁਪਿੰਦਰ ਸਿੰਘ ਜੀ, ਤੁਸੀਂ ਪਹਿਲਾਂ ਬੀਐਸਪੀ ਪਾਰਟੀ ਦੇ ਵਿੱਚ ਇਲੈਕਸ਼ਨ ਵੀ ਲੜਿਆ ਹੈ ਤੇ ਤੁਸੀਂ ਬੀਐਸਪੀ ਪਾਰਟੀ ਦੇ ਵਿੱਚ ਇੱਕ ਬਹੁਤ ਜੁਝਾਰੂ ਆਗੂ ਸੀਗੇ। ਤੁਸੀਂ ਬੀਐਸਪੀ ਨੂੰ ਕਿਉਂ ਛੱਡਿਆ? ਦਰਅਸਲ ਗੱਲ ਇਹ ਹੈ ਜੀ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬੀਐਸਪੀ ਨਾਲ ਸਮਝੌਤਾ ਕਰ ਲਿਆ, ਇਸ ਦੇ ਵਿਰੋਧ ਵਿੱਚ ਛੱਡਿਆ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਗਰੀਬਾਂ ਦੇ ਘਰਾਂ ਨੂੰ ਅੱਗ ਲਾਈ ਗਈ, ਉਹਨਾਂ ਨੂੰ ਘਰਾਂ ਤੋਂ ਖਦੇੜਿਆ ਗਿਆ, ਉਹਨਾਂ ਦੀਆਂ ਲੱਤਾਂ ਬਾਹਾਂ ਭੰਨੀਆਂ ਗਈਆਂ, ਉਹਨਾਂ ਦਾ ਜਾਤੀ ਤੌਰ ਤੇ ਸ਼ੋਸ਼ਣ ਕੀਤਾ, ਸਾਡੀਆਂ ਬੱਚੀਆਂ ਨਾਲ ਬਲਾਤਕਾਰ ਕੀਤੇ। ਉਹਨਾਂ ਦੀ ਜਾਂਚ ਹੀ ਚੱਲੀ ਹੈ, ਪਰਚਾ ਦਰਜ ਕਿਸੇ ਦੇ ਨਹੀਂ ਹੋਇਆਗਾ, ਜਿਸ ਕਾਰਨ ਉਹਦਾ ਵਿਰੋਧ ਕਰਦੇ ਹੋਏ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ। ਤੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਫਿਰ ਤੁਸੀਂ ਬੀਜੇਪੀ ਦੇ ਵਿੱਚ ਚਲੇ ਗਏ। ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਕੀ ਦੇਖਿਆ ਸੀਗਾ ਵੀ ਸ਼ਾਇਦ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਮ ਲੋਕਾਂ ਦੀ ਪਾਰਟੀ ਹੈ, ਪਰ ਜਦ ਅਸੀਂ ਨੇੜੇ ਹੋ ਕੇ ਵੇਖਿਆ ਕਿ ਇਹ ਆਮ ਆਦਮੀ ਪਾਰਟੀ ਦਾ ਨਾਂ ਦੀ ਆਮ ਆਦਮੀ ਪਾਰਟੀ ਹੈ, ਇਹ ਤਾਂ ਖਾਸ ਆਦਮੀਆਂ ਦੀ ਪਾਰਟੀ ਹੈ, ਖਾਸ ਬੰਦਿਆਂ ਦੀ ਪਾਰਟੀ ਹੈ, ਜਿਹਦੇ ਵਿੱਚ ਸ਼੍ਰੀ ਕੇਜਰੀਵਾਲ ਸਾਹਿਬ ਜੀ ਵੱਡੇ ਵੱਡੇ ਬੈਨਰ ਲਵਾ ਕੇ ਇਹ ਕਹਿ ਰਹੇ ਹੈ ਕਿ ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ ਕੇਜਰੀਵਾਲ ਕਰੂਗਾ ਪੂਰਾ। ਪਰ ਨਹੀਂ, ਬਾਬਾ ਸਾਹਿਬ ਦਾ ਦੂਜਾ ਨਾਰਾ ਨਹੀਂ ਇਹਨਾਂ ਨੇ ਸ਼ਾਇਦ ਸੁਣਿਆ ਹੋਣਾ ਸ਼੍ਰੀ ਕੇਜਰੀਵਾਲ ਸਾਹਿਬ ਨੇ ਕਿ ਜਿਹਦੀ ਜਿੰਨੀ ਗਿਣਤੀ ਭਾਰੀ ਉਹਦੀ ਉਨੀ ਹਿੱਸੇਦਾਰੀ ਦੇ ਮੁਤਾਬਕ ਰਾਜਨੀਤਿਕ ਕੋਟੇ ਦੀ ਵੰਡ ਹੋਣੀ ਚਾਹੀਦੀ ਹੈ। ਸੋ ਉਹਨੂੰ ਅੱਖ ਪਰੋਕੇ ਕੀਤਾ ਆਮ ਆਦਮੀ ਪਾਰਟੀ ਨੇ। ਜੈਤੋ ਵਿਧਾਨ ਸਭਾ ਹਲਕੇ ਦੇ ਵਿੱਚ ਸਾਡੀ ਮਜ਼੍ਹਬੀ ਸਿੱਖ ਵਾਲਮੀਕੀਆਂ ਦੀ ਆਬਾਦੀ ਹੈ ਜਿਹੜੀ 34% ਹੈਗੀ ਹੈ, ਤਾਂ ਉੱਥੇ ਰਾਮਦਾਸੀਏ ਭਾਈਚਾਰੇ ਦੀ ਆਬਾਦੀ ਹੈ ਜਿਹੜੀ 1% ਦਾ ਤੀਜਾ ਹਿੱਸਾ 0.32 ਆਬਾਦੀ ਹੈ। ਉਹ ਸੀਟ ਸਾਡੀ ਬਣਦੀ ਸੀਗੀ ਤਾਂ ਦਿੱਤੀ ਜਾ ਰਹੀ ਉਹ ਇੱਕ ਰਾਮਦਾਸੀਏ ਭਾਈਚਾਰੇ ਨੂੰ। ਅਸੀਂ ਰਾਮਦਾਸੀਏ ਭਾਈਚਾਰੇ ਦੇ ਵਿਰੁੱਧ ਨਹੀਂ ਗਏ, ਜਿੱਥੇ ਉਹਨਾਂ ਦੀ ਆਬਾਦੀ ਵੱਧ ਹੈ, ਜਿੰਨੀਆਂ ਉਹਨਾਂ ਦੀਆਂ ਸੀਟਾਂ ਬਣਦੀਆਂ ਉਹ ਉੱਥੇ ਲੜਨ, ਠੀਕ ਹੈ ਨਾ, ਪਰ ਸਾਡਾ ਹੱਕ ਤਾਂ ਨਾ ਦੇਣ। ਜੇ ਇਹ ਅਸੀਂ ਫੈਸਲਾ ਸਾਡੇ ਵਿਧਾਇਕ ਆ ਜਿਹੜੇ ਹਲਕੇ ਦੇ ਕੁਲਤਾਰ ਸਿੰਘ ਸੰਧਵਾ ਨੂੰ ਦੱਸਿਆ, ਉਹ ਕਹਿੰਦੇ ਜੀ ਇਹ ਸੀਟ ਬਦਲੀ ਨਹੀਂ ਜਾ ਸਕਦੀਗੀ, ਠੀਕ ਹੈ ਨਾ। ਅਸੀਂ ਕਹੀ ਕਿਉਂ ਨਹੀਂ ਬਦਲੀ ਜਾ ਸਕਦੀ? ਕਹਿੰਦੇ ਹਾਈ ਕਮਾਂਡ ਦਾ ਫੈਸਲਾ ਹੈਗਾ, ਚੋਣ ਕਮੇਟੀ ਦਾ ਫੈਸਲਾ ਹੈਗਾ। ਜੇ ਹਾਈ ਕਮਾਂਡ ਦਾ, ਚੋਣ ਕਮੇਟੀ ਦਾ ਇਹ ਫੈਸਲਾ ਹੈਗਾ ਵੀ ਇੱਕ ਪਾਸੇ ਤਾਂ ਸਾਨੂੰ ਕਹਿੰਦੇ ਵੀ ਗਰੀਬਾਂ ਦੀ ਹਮਾਇਤੀ ਹੈ, ਦੂਜੇ ਪਾਸੇ ਗਰੀਬਾਂ ਦੀਆਂ ਜੜ੍ਹਾਂ ਮਰਦੀ ਹੈ, ਜਦ ਸਾਡੇ 17 ਐਮਐਲਏ ਹੀ ਨਹੀਂ ਦੇ ਰਹੀ ਉਹ ਮਜ਼੍ਹਬੀ ਸਿੱਖ ਵਾਲਮੀਕੀਆਂ ਦੇ, ਤਾਂ ਫਿਰ ਉਸ ਪਾਰਟੀ ਦੇ ਵਿੱਚ ਸਾਡਾ ਰਹਿਣ ਦਾ ਕੋਈ ਫਾਇਦਾ ਨਹੀਂ। ਔਰ ਮੈਂ ਬੇਨਤੀ ਕਰਦਾ ਕਿ ਮੇਰਾ ਸਮਾਜ ਧੋਖੇ ਵਿੱਚ ਨਾ ਰਹੇ ਵੀ ਇਹ ਆਮ ਆਦਮੀ ਪਾਰਟੀ ਹੈ। ਇਹ ਆਮ ਆਦਮੀ ਪਾਰਟੀ ਨਹੀਂ, ਇਹ ਖਾਸ ਆਦਮੀ ਦੀ ਪਾਰਟੀ ਹੈ। ਜਦ ਤੱਕ ਪੂਰੀਆਂ 17 ਦੀਆਂ 17 ਸੀਟਾਂ ਨਹੀਂ ਦੇ ਰਹੇਗੀ, ਮੈਂ ਮਜ਼੍ਹਬੀ ਸਿੱਖ ਵਾਲਮੀਕੀਆਂ ਨੂੰ ਇਹ ਅਪੀਲ ਕਰਦਾ ਕਿ ਉਹ ਇਹਨਾਂ ਦਾ ਬਾਈਕਾਟ ਕਰਨ। ਨਹੀਂ, ਆਮ ਆਦਮੀ ਪਾਰਟੀ ਹੈ ਜਿਹੜੀ ਹਰੇਕ ਰਾਜਨੀਤਿਕ ਪਾਰਟੀ ਹੈ ਜਿਹੜੀ ਮਿਲਦਾ ਹੱਕ ਹੈ, ਜਿਹੜਾ ਸੰਵਿਧਾਨਕ ਤੌਰ ਤੇ ਜਿਹੜਾ ਕੋਟਾ ਹੈ ਹਰੇਕ ਨੂੰ ਦਿੱਤਾ ਜਾਂਦਾ ਹੈ। ਕਿ ਆਮ ਆਦਮੀ ਪਾਰਟੀ ਇਹ ਕੋਟਾ ਜਿਹੜਾ ਵਾਲਮੀਕ ਤੇ ਮਜ਼੍ਹਬੀ ਸਿੱਖ ਭਾਈਚਾਰੇ ਨੂੰ ਨਹੀਂ ਦੇ ਰਹੀ? ਜੇ ਨਹੀਂ ਦੇ ਰਹੀ ਤਾਂ ਹੀ ਤਾਂ ਅਸੀਂ ਅਸਤੀਫੇ ਲਿਖੇ ਆ, ਤਾਂ ਹੀ ਤਾਂ ਸਹੀ ਬੀਜੇਪੀ ਦੇ ਵਿੱਚ ਗਏ ਆ। ਕਿਹਨੇ ਅਸਤੀਫਾ ਦਿੱਤਾ ਹੈ ਤੇ ਕਿਹੜੇ ਵਿਅਕਤੀ ਹੈ ਜਿਹੜੇ ਵਧੀਆ ਆਗੂ ਸੀਗੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ? ਸਾਡੇ
ਸਤਿਕਾਰਯੋਗ ਅਵਤਾਰ ਸਿੰਘ ਸੋਤਾ ਹੈ, ਜਿਨ੍ਹਾਂ ਨੇ ਰਿਜ਼ਰਵੇਸ਼ਨ ਮੁੱਦੇ ਤੇ ਪੂਰੇ ਪੰਜਾਬ ਦੀ ਆਵਾਜ਼ ਬਣੇ ਔਰ 12.5% ਸਾਡੀ ਹਿੱਸੇਦਾਰੀ ਸਾਡੇ ਹੀ ਭਰਾਵਾਂ ਨੇ ਸਾਡੇ ਤੇ ਕੇਸ ਕਰਤਾ ਸੀਗਾ ਔਰ 12.5% ਦੇ ਵਿੱਚ ਉਹਨਾਂ ਨੇ ਬਹਾਲ ਕਰਾਈ। ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਸੀਗਾ। ਮੈਂ ਮੁੱਖ ਸਕੱਤਰ ਸੀਗਾ, ਸਲਾਹਕਾਰ ਸੀਗਾ ਜ਼ਿਲ੍ਹੇ ਦਾ, ਔਰ ਸਾਡੇ ਹੋਰ ਵੀ ਸਾਥੀ ਸੀਗੇ। ਅੱਛਾ ਭੁਪਿੰਦਰ ਸਿੰਘ ਜੀ, ਆਪਾਂ ਹੋਰ ਇੱਕ ਗੱਲਬਾਤ ਕਰਾਂਗੇ। ਹਾਂਜੀ ਹਾਂਜੀ। ਜਿਵੇਂ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਤੁਹਾਡਾ ਬਰਾਬਰ ਦਾ ਕੋਟਾ ਨਹੀਂ ਮਿਲਦਾ। ਕਾਂਗਰਸ ਦੇ ਵਿੱਚ ਸਾਨੂੰ ਬਰਾਬਰ ਦਾ ਕੋਟਾ ਨਹੀਂ ਮਿਲਦਾ ਸੀਗਾ। ਪਿਛਲੀਆਂ ਲੋਕ ਸਭਾ ਸੀਟਾਂ ਦੇ ਵਿੱਚ ਸਾਡੀ ਮਜਬੀ ਸਿੱਖਾਂ ਦੀ ਇੱਕ ਸੀਟ ਬਣਦੀ ਹੈ 25% ਦੇ ਵਿੱਚ, ਤੇ ਪਰ ਉਹ ਵੀ ਮੁਸਲਮਾਨ ਭਾਈਚਾਰੇ ਦੀ ਵੀ ਆਬਾਦੀ 1% ਵੀ ਹੈ ਨਹੀਂਗੀ ਪੂਰੇ ਪੰਜਾਬ ਦੇ ਵਿੱਚ। ਉਹ ਇੱਕ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਗਈ। ਸਾਨੂੰ ਉੱਥੇ ਵੀ ਅੱਖ ਪਰੋਖੇ ਰੱਖਿਆ ਗਿਆ। ਸਾਡੀ 35 ਤੋਂ 40 ਲੱਖ ਆਬਾਦੀ ਮਜਬੀ ਸਿੱਖ ਵਾਲਮੀਕਿਆਂ ਦੀ ਸਾਡੀ ਲੋਕ ਸਭਾ ਦੇ ਵਿੱਚ ਸਾਡਾ ਜਦੋਂ ਨੁਮਾਇੰਦਾ ਹੀ ਨਹੀਂ ਗਿਆ ਤਾਂ ਉਹ ਸਾਡੀ ਮਾਂ ਪਾਰਟੀ ਕਿਵੇਂ ਹੈ? ਮੈਂ ਉਹਨਾਂ ਨੂੰ ਵੀ ਆਪਦੇ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਜਦ ਤੱਕ ਸਾਡਾ ਲੋਕ ਸਭਾ ਦੇ ਵਿੱਚ ਸਾਡੀ ਆਬਾਦੀ ਦੇ ਹਿਸਾਬ ਨਾਲ ਜਿਹੜੀ ਪਾਰਟੀ ਨੁਮਾਇੰਦਾ ਨਹੀਂ ਭੇਜਦੀਗੀ ਜਾਂ ਵਿਧਾਨ ਸਭਾ ਦੀਆਂ ਪੂਰੀਆਂ ਸੀਟਾਂ ਨਹੀਂ ਦਿੰਦੀਗੀ, ਉਹਨਾਂ ਪਾਰਟੀਆਂ ਦਾ ਬਾਈਕਾਟ ਕਰਨਾ ਚਾਹੀਦਾ ਸਾਨੂੰ। ਤੇ ਕੀ ਅਕਾਲੀ ਦਲ ਆ ਜਿਹੜਾ ਅਕਾਲੀ ਦਲ 17 ਸੀਟਾਂ ਦੇ ਰਿਹਾ ਵਾਲਮੀਕ ਤੇ ਮਜਬੀ ਸਿੱਖ ਭਾਈਚਾਰੇ? ਨਾ ਜੀ ਨਾ, ਉਹ ਤਾਂ ਪਹਿਲਾਂ ਹੀ ਜਾਣੀ ਕਿ ਇੰਨੀਆਂ ਸਾਡੇ ਤੇ ਅਤਿਆਚਾਰ ਕੀਤੇ ਆ, ਦਾਲ ਦੇ ਵਿੱਚ ਨਮਕ ਬਰਾਬਰ ਜਾਣੀ ਕਿ ਉਹਨਾਂ ਨੇ ਸਾਨੂੰ ਹਿੱਸੇਦਾਰੀ ਦਿੱਤੀ ਹੈ, ਠੀਕ ਹੈ ਨਾ। ਇਸੇ ਕਰਕੇ ਤਾਂ ਵੀ ਜਿੰਨੀਆਂ ਵੀ ਜੋ ਵੀ ਦੂਸਰਾ ਅਕਾਲੀ ਸਰਕਾਰ ਮੌਕੇ ਗਰੀਬਾਂ ਨਾਲ ਧੱਕੇਸ਼ਾਹੀਆਂ ਹੋਈਆਂ ਸੀਗੀਆਂ, ਇਹਨਾਂ ਦੀਆਂ ਪੱਗਾਂ ਦਾ ਫਰਕ ਹੈ। ਕਾਂਗਰਸ ਦੇ ਵਿੱਚ ਵੀ ਉਵੇਂ ਹੀ ਸਾਰਾ ਕੁਝ ਚੱਲ ਰਿਹਾ ਹੈ, ਚਾਹੇ ਰੇਤ ਮਾਫੀਆ, ਭੂਮੀ ਮਾਫੀਆ, ਡਰੱਗ ਮਾਫੀਆ, ਗੈਂਗ ਸ਼ਟਰ ਜਿਹੜੀ ਦੇਣਾ ਅਕਾਲੀ ਦਲ ਦੀ ਹੈਗੀ ਆ, ਠੀਕ ਹੈ ਨਾ, ਉਹ ਵੀ ਉਵੇਂ ਹੀ ਚੱਲ ਰਹੀ ਹੈ। ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਇਹ ਸਭ ਕੁਝ ਉਵੇਂ ਹੀ ਚੱਲ ਰਿਹਾ ਹੈ, ਜਾਣੀ ਕਿ ਇਹਨਾਂ ਦੀਆਂ ਪੱਗਾਂ ਵਿੱਚ ਫਰਕ ਹੈ। ਇਹ ਇੱਕ ਦੂਜੇ ਦੇ ਰਿਸ਼ਤੇਦਾਰਾਂ ਰਲੇ ਹੋਏ ਆ। ਹੁਣ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਆ। ਹਾਂਜੀ ਹਾਂਜੀ। ਕੀ ਤੁਹਾਨੂੰ ਇਹ ਲੱਗਦਾ ਵੀ ਬੀਜੇਪੀ ਹੈ ਤੁਹਾਨੂੰ ਜਿਹੜੀਆਂ 17 ਸੀਟਾਂ ਦੇਊਗੀ? ਹਾਂਜੀ ਹਾਂਜੀ। ਅਸੀਂ ਸਾਡੇ ਪੰਜਾਬ ਪ੍ਰਧਾਨ ਹੈਗੇ ਆ, ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸੁਖਦੇਵ ਸਿੰਘ ਢੀਂਡਸਾ ਔਰ ਕੈਪਟਨ ਸਾਹਿਬ ਹੈ ਗੱਠਜੋੜ ਸਰਕਾਰ ਤਿਆਰ ਕਰ ਰਹੇ ਆ, ਔਰ ਗੱਠਜੋੜ ਸਰਕਾਰ ਤਿਆਰ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਭਾਈਚਾਰਿਆਂ ਨੂੰ ਮੁੱਖ ਰੱਖ ਕੇ, ਇਕੱਲੇ ਮਜਬੀ ਸਿੱਖ ਵਾਲਮੀਕੀਆਂ ਨੂੰ ਨਹੀਂ, ਰਾਮਦਾਸੀਆਂ ਨੂੰ ਵੀ, ਰਵੀਦਾਸੀਆਂ ਨੂੰ ਵੀ, ਔਰ ਜਰਨਲ ਦੇ ਵਿੱਚ ਜਿਹੜੇ ਭਾਈਚਾਰੇ ਬੈਠੇ ਆ, ਅਰੋੜਾ ਭਾਈਚਾਰਾ ਬੈਠਾ ਹੈ ਜਾਂ ਮਹਿਰਾ ਭਾਈਚਾਰਾ ਬੈਠਾ ਹੈ ਜਾਂ ਪਰਜਾਪਤ ਭਾਈਚਾਰਾ ਬੈਠਾ ਹੈ, ਉਹਨਾਂ ਨੂੰ ਜਰਨਲ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਦੇ ਮੁਤਾਬਕ ਸੀਟਾਂ ਦੀ ਵੰਡ ਕੀਤੀ ਜਾਵੇ। ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਜੇ ਜਾਤਾਂ ਦੇ ਧਰਮਾਂ ਨੂੰ ਸਾਹਮਣੇ ਰੱਖ ਕੇ ਰਾਜਨੀਤਿਕ ਕੋਟੇ ਦੀ ਵੰਡ ਕਰੂਗੀ ਤਾਂ ਇਹ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਗੀ, ਸਾਨੂੰ ਕੋਈ ਰੋਕ ਨਹੀਂ ਸਕਦਾ। ਨਹੀਂ, ਸੋਤਾ ਸਾਹਿਬ ਬਾਰੇ ਤੁਸੀਂ ਗੱਲ ਕਰਦੇ ਆ। ਸੋਤਾ ਸਾਹਿਬ ਦੇ ਵਿੱਚ 2-3 ਪਾਰਟੀਆਂ ਪਹਿਲਾਂ ਬਦਲ ਗਏ ਸੀ, ਹੁਣ ਵੀ ਇਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਹੁਣ ਇਹਨਾਂ ਨੇ ਬਦਲਤਾ। ਸਾਡੇ ਤੇ ਤੁਸੀਂ ਕਿੰਤੂ ਪਰੰਤੂ ਕਰੀ ਜਾਂਦੇ। ਮੇਰੇ ਤੇ ਵੀ ਕਈ ਕਮੈਂਟ ਕਰਦੇ ਆ ਵੀ ਤੁਸੀਂ ਚੌਧਰ ਦੀ ਖਾਤਰ ਜਾਨੀ ਕਿ ਬੀਜੇਪੀ ਦੇ ਵਿੱਚ ਗਏ ਆ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਜਿਹੜੇ ਮੇਰੇ ਤੇ ਕਮੈਂਟ ਕਰਦੇ ਆ ਕਿ ਅਸੀਂ ਚੌਧਰ ਦੀ ਖਾਤਰ ਨਹੀਂ, ਵੱਡਿਆਂ ਲੋਕਾਂ ਦਾ ਸ਼ੌਂਕ ਆ ਰਾਜਨੀਤੀ ਕਰਨਾ, ਸਾਡੇ ਗਰੀਬਾਂ ਲੋਕਾਂ ਦੀ ਮਜਬੂਰੀ ਆ ਆਪਦਾ ਹੱਕ ਮੰਗਣਾ। ਜਿਹੜਾ ਸਾਡਾ ਹੱਕ ਨਹੀਂ ਦਿੰਦਾਗਾ ਤੇ ਅਸੀਂ ਫਿਰ ਉਹ ਕਰ ਛੱਡਾਂਗੇ, ਉਹ ਪਾਰਟੀ ਛੱਡਾਂਗੇ। ਜੇ ਤੁਹਾਨੂੰ ਕੱਲ ਨੂੰ ਬੀਜੇਪੀ ਦੇ ਵਿੱਚ ਵੀ ਇਹ ਟਿਕਟਾਂ ਨਹੀਂ ਮਿਲਦੀਆਂ ਫਿਰ ਤੁਸੀਂ ਕੀ ਕਰੋਗੇ? ਉਹ ਜਦ ਇਹਨਾਂ ਦੀ ਰਾਜਨੀਤਿਕ ਕੋਟੇ ਦੀ ਸਾਡੀ ਵੰਡ ਹੋਈ ਉਸ ਤੋਂ ਬਾਅਦ ਅਸੀਂ ਤੇ ਮੇਰੇ ਸਾਥੀ ਹੈ ਜੋ ਅਸੀਂ ਮਿਲ ਕੇ ਫੈਸਲਾ ਲਾਵਾਂਗੇ ਵੀ ਅਗਲਾ ਸਟੈਪ ਕੀ ਲਵਾਂਗੇ। ਨਹੀਂ, ਜੇ ਇਹਨਾਂ ਪਾਰਟੀਆਂ ਨੇ ਤੁਸੀਂ ਦੱਸਿਆ ਵੀ ਨਾ ਤਾਂ ਕਾਂਗਰਸ ਪਾਰਟੀ ਨੇ ਤੁਹਾਨੂੰ 17% ਕੋਟਾ ਦਿੱਤਾ, ਨਾ ਤੁਹਾਨੂੰ ਦਿੱਤਾ ਅਕਾਲੀ ਦਲ ਨੇ, ਨਾ ਤੁਹਾਨੂੰ ਆਮ ਆਦਮੀ ਪਾਰਟੀ ਨੇ ਦਿੱਤਾ, ਤੁਸੀਂ ਕੀ ਆਸ ਲਗਾਈ ਆ ਵੀ ਜਿਹੜਾ ਬੀਜੇਪੀ 'ਚ ਤੁਹਾਨੂੰ 17% ਮਿਲ ਜੂ? ਸਾਨੂੰ ਆਸ ਹੈਗੀ ਹੈ ਜੀ, ਠੀਕ ਹੈ ਨਾ। ਅਸੀਂ ਮੰਗ ਵੀ ਕਰਦੇ ਹਾਂ ਔਰ ਕੀਤੀ ਵੀ ਹੈ ਵੀ ਜੇ ਬੀਜੇਪੀ ਪਹਿਲੀ ਵਾਰ ਪੂਰੀਆਂ ਪੰਜਾਬ ਦੀਆਂ 117 ਸੀਟਾਂ ਤੇ ਗੱਠਜੋੜ ਸਰਕਾਰ ਤਿਆਰ ਕਰਦੀ ਹੈ ਔਰ ਸਾਰੀਆਂ ਜਾਤਾਂ ਦੇ ਧਰਮਾਂ ਨੂੰ ਸਾਹਮਣੇ ਰੱਖ ਕੇ ਰਾਜਨੀਤਿਕ ਕੋਟੇ ਦੀ ਵੰਡ ਕਰੂਗੀ ਤਾਂ ਬੀਜੇਪੀ ਦੀ ਸਰਕਾਰ ਬਣੂਗੀ ਔਰ ਇਹਨੂੰ ਕੋਈ ਰੋਕ ਵੀ ਨਹੀਂ ਸਕਦਾ ਹੈਗਾ। ਹੁਣ ਤੁਹਾਨੂੰ ਅੱਜ ਦੇ ਸਮੇਂ 'ਚ ਕੀ ਲੱਗਦਾ ਵੀ ਕਿਹੜੀ ਪਾਰਟੀ ਹੈ ਜਿਹੜੀ ਉੱਭਰ ਕੇ ਆਊਗੀ, ਕਿਹਦੀ ਸਰਕਾਰ ਬਣ ਸਕਦੀ ਹੈ? ਭਾਰਤੀ ਜਨਤਾ ਪਾਰਟੀ ਸਰਕਾਰ ਬਣੂਗੀ। ਨਹੀਂ, ਉਹ ਕਿਸ ਤਰ੍ਹਾਂ? ਹੁਣੇ ਤਾਂ ਆਪਾਂ ਧਰਨੇ ਤੋਂ ਉੱਠ ਕੇ ਆਏ ਆ, ਜਿਹੜੇ ਕਿਸਾਨਾਂ ਦੇ ਖੇਤੀ ਕਾਨੂੰਨ ਆ ਜਿਹੜੇ ਮੋਦੀ ਸਾਹਿਬ ਨੇ ਰੱਦ ਕਰਤੇ ਆ ਔਰ 5 ਤਰੀਕ ਨੂੰ ਮੋਦੀ ਸਾਹਿਬ ਆ ਰਹੇ ਆ ਔਰ ਉਹਦੇ ਵਿੱਚ ਬਹੁਤ ਵੱਡੇ ਐਲਾਨ ਮਜ਼ਦੂਰਾਂ ਤੇ ਕਿਸਾਨਾਂ ਦੇ ਹਿੱਤ ਵਿੱਚ ਹੋਣਗੇ। ਜੇ ਕਿਸਾਨਾਂ ਦੇ ਕਰਜ਼ੇ ਉਹਦੇ ਵਿੱਚ ਮਾਫ ਹੋਣਗੇ ਔਰ ਮੈਂ ਮੋਦੀ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਮਜ਼ਦੂਰਾਂ ਦੇ ਕਰਜ਼ੇ ਆ ਉਹਨਾਂ ਤੇ ਵੀ ਲੀਕ ਵੱਜਣੀ ਚਾਹੀਦੀ ਆ ਤਾਂ ਕਿ ਅਸੀਂ ਸਰਕਾਰ ਬਣਾ ਸਕੀਏ, ਸਾਰੇ ਲੋਕਾਂ ਦਾ ਭਰੋਸਾ ਲੈ ਸਕੀਏ। ਕਿਹੜੇ ਐਲਾਨ ਹੋਣਗੇ ਮੋਦੀ ਸਾਹਿਬ ਜਿਹੜੇ ਕਰਨਗੇ? ਇੰਨਾ ਤਾਂ ਨਹੀਂ ਮੈਨੂੰ ਪਤਾ ਹੈਗਾ, ਜਿੰਨਾ ਕੋ ਸਾਨੂੰ ਪ੍ਰੈਸ ਮੀਡੀਆ ਜਾਂ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲਦੀ ਆ ਉਨੀ ਕੀ ਮੈਂ ਦੱਸ ਸਕਦਾ। ਮੈਨੂੰ 2 ਤਾਂ ਦਿਨ ਹੋਏ ਆ ਜੀ। ਪ੍ਰੈਸ ਮੀਡੀਆ ਤਾਂ ਸੁਣ ਕੇ ਗੱਲਾਂ ਕਰਦਾ, ਪਰ ਜਿਹੜੇ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਆ ਤੁਸੀਂ ਪਾਰਟੀ ਦੇ ਬਾਰੇ ਨਹੀਂ ਦੱਸ ਸਕਦੇ। ਉਹ ਇੱਕ
ਅਸੀਂ ਘਰੋਂ ਜਾਈਏ ਨਾ ਕਿਸੇ ਰਿਸ਼ਤੇਦਾਰੀ 'ਚ ਮਿਲਣ ਤਾਂ ਉੱਥੇ ਸਾਨੂੰ ਨੀਂਦ ਨਹੀਂ ਆਉਂਦੀਗੀ, ਕਿਉਂਕਿ ਘਰ ਉਪਰਾ ਹੁੰਦਾ ਹੈ। ਹਜੇ ਮੈਂ ਪਰਸੋਂ ਤਾਂ ਆਮ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ ਤੇ ਐਡੀ ਜਲਦੀ ਜਾਣੀ ਕਿ ਮੈਂ ਐਡੇ ਤਗੜੀਆਂ ਜਾਣੀ ਕਿ ਵੀ ਜੋ ਤੁਸੀਂ ਸਵਾਲ ਕਰ ਰਹੇ ਹੋ ਉਹਦੇ ਮੈਂ ਕਿਵੇਂ ਜਵਾਬ ਦਊਂਗਾ। ਭੁਪਿੰਦਰ ਜੀ, ਜੇ ਬਾਈ ਚਾਂਸ ਤੁਹਾਨੂੰ 17% ਚ ਨਹੀਂ ਮਿਲਦਾ ਬੀਜੇਪੀ ਦੇ ਵਿੱਚ, ਫਿਰ ਤੁਸੀਂ ਕਿਹੜੀ ਪਾਰਟੀ ਦੇ ਵਿੱਚ ਜਾਓਗੇ? ਪਹਿਲਾਂ ਤਾਂ ਇਹ ਜੀ 17% ਨਹੀਂ ਤਾਂ ਬਣਦੀਆਂ, ਠੀਕ ਹੈ ਨਾ। ਜੇ ਉਹ ਮੈਂ ਕੱਲੀ ਇਹਦੀ ਨਹੀਂ ਗੱਲ ਕਰਦਾ ਹੈਗਾ, ਮੈਂ ਦੂਜੇ ਭਾਈਚਾਰਿਆਂ ਨੂੰ ਮੈਂ ਤੁਹਾਨੂੰ ਕਹਿ ਵੀ ਕਿਹਾ ਵੀ ਪਰਜਾਪਤ ਭਾਈਚਾਰਾ ਜਾਣੀ ਕਿ ਉਹ ਜਰਨਲ ਚ ਆਉਂਦਾ ਹੈ, ਜਾਂ ਮਹਿਰਾ ਭਾਈਚਾਰਾ ਜਰਨਲ ਦੇ ਵਿੱਚ ਆਉਂਦਾ ਹੈ, ਜਾਂ ਬੌਰੀਆ ਸਿੱਖ ਸਮਾਜ ਆ ਅੱਜ ਤੱਕ ਉਹਨਾਂ ਨੂੰ ਅੱਖ ਪਰੋਖੇ ਰੱਖਿਆ ਗਿਆ ਹੈ, ਜਾਂ ਦੂਸਰਾ ਰੋੜਾ ਭਾਈਚਾਰਾ ਹੈਗਾ ਉਹਨਾਂ ਦੀ ਅੱਜ ਤੱਕ ਕੋਈ ਨੁਮਾਇੰਦਗੀ ਹੈ ਨਹੀਂਗੀ। ਜੇ ਬੀਜੇਪੀ ਸਾਰੀਆਂ ਸਾਡੀ ਪੰਜਾਬ ਪ੍ਰਧਾਨ ਔਰ ਚੋਣ ਕਮੇਟੀ ਆ ਸਾਰੀਆਂ ਜਾਤਾਂ ਧਰਮਾਂ ਨੂੰ ਸਾਹਮਣੇ ਰੱਖ ਕੇ ਬਰੋਬਰ ਰਾਜਨੀਤਿਕ ਕੋਟਾ ਵੰਡੂਗੀ ਤਾਂ ਸਾਡੀ ਸਰਕਾਰ ਬਣੂਗੀ। ਨਹੀਂ, ਤੁਸੀਂ ਇਹ ਮੈਂ ਤੁਹਾਡੀ ਗੱਲ ਕਰਦਾ, ਤੁਸੀਂ ਵਾਲਮੀਕ ਤੇ ਮਾਝੀ ਸਿੱਖ ਨੂੰ ਲੈ ਕੇ ਅੱਗੇ ਆਏ ਆ ਤੇ ਤੁਸੀਂ ਹੁਣ ਸਾਰੀਆਂ ਜਾਤਾਂ ਦਾ ਨਾਮ ਲਈ ਜਾਂਦੇ ਆ। ਕੀ ਤੁਸੀਂ ਸਾਰੀਆਂ ਜਾਤਾਂ ਦੇ ਨੁਮਾਇੰਦੇ ਆ? ਦੇਖੋ ਜੀ, ਬਾਬਾ ਸਾਹਿਬ ਕੱਲੇ ਸੀਗੇ, ਉਹਨਾਂ ਨੇ ਕਾਨੂੰਨ ਲਿਖਿਆ ਹੈ ਔਰ ਪੂਰੇ 6750 ਜਾਤਾਂ ਜਿਹੜੀਆਂ ਭਾਰਤ ਦੀਆਂ ਬਣਦੀਆਂ ਹੈ ਔਰ ਉਹਨਾਂ ਸਾਰੇ ਹੀ ਸਮਾਜ ਦਾ ਭਾਈਚਾਰਿਆਂ ਦਾ ਖਿਆਲ ਰੱਖ ਕੇ ਜਾਣੀ ਕਿ ਕਾਨੂੰਨ ਲਿਖਿਆ। ਸਵਰਨ ਜਾਤੀਆਂ ਨੂੰ ਵੀ, ਠੀਕ ਹੈ ਨਾ, ਹਿੰਦੂ ਭਾਈਚਾਰੇ ਨੂੰ ਵੀ, ਸਿੱਖ ਭਾਈਚਾਰੇ ਨੂੰ ਵੀ ਔਰ ਦਲਿਤਾਂ ਨੂੰ ਵੀ ਮੁੱਖ ਰੱਖ ਕੇ ਉਹਨਾਂ ਨੇ ਆਪ ਦੀ ਖਾਤਰ ਕੁਝ ਨਹੀਂ ਕੀਤਾ ਹੈਗਾ। ਜੋ ਕੁਝ ਕੀਤਾ ਉਹਨਾਂ ਸਮਾਜ ਦੀ ਖਾਤਰ ਕੀਤਾ ਹੈ। ਨਹੀਂ ਮੰਨ ਲਓ, ਠੀਕ ਹੈ ਵੀ ਮੈਂ ਇੱਕ ਮਜ਼ਦੂਰ ਦਾ ਪੁੱਤ ਹਾਂ, ਪਿਓ ਦੇ ਬਣਾਏ ਘਰ ਵਿੱਚ ਬੈਠਾ ਹਾਂ। ਅੱਜ ਤੱਕ ਮੇਰੀ ਬਾਥਰੂਮ ਬਣਾਉਣ ਦੀ ਸਮਰੱਥਾ ਹੈ ਨਹੀਂ ਗਈ, ਵੀ ਉਹ ਵੀ ਮੇਰੇ ਘਰ ਨਹੀਂ ਬਣੇਗਾ, ਪਰ ਸੱਚ ਬੋਲਣ ਦੀ ਸਮਰੱਥਾ ਹੈਗੀ ਹੈ। ਮੈਂ ਬਚਪਨ ਤੋਂ ਜਾਣੀ ਕਿ ਬਹੁਜਨ ਸਮਾਜ ਪਾਰਟੀ ਨਾਲ ਜੁੜਿਆ ਸੀਗਾ ਔਰ ਅੱਜ ਤੱਕ ਦੱਬੇ ਕੁਚਲੇ ਲੋਕਾਂ ਦੀ ਸੇਵਾ ਕਰਦਾ ਆਇਆ ਹਾਂ ਔਰ ਕਰਦਾ ਰਹੂੰਗਾ। ਮਜ਼ਦੂਰਾਂ ਕਿਸਾਨਾਂ ਦੀ ਸੇਵਾ, ਜੋ ਮਾੜੇ ਨੂੰ ਮਾੜਾ ਕਹਿਣ ਦੇ ਵਿੱਚ ਕੋਈ ਹਰਜ ਨਹੀਂਗਾ। ਜੁਰਮੀ ਨੂੰ ਜੁਰਮਾਨਾ ਹੋਣਾ ਚਾਹੀਦਾ, ਅਪਰਾਧੀ ਨੂੰ ਸਜ਼ਾ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਵਿੱਚ ਕੋਈ ਪਰਿਵਰਤਨ ਆਉਣਾ ਚਾਹੀਦਾ ਹੈ। ਨਹੀਂ, ਕੁਛ ਆਮ ਆਦਮੀ ਦੀ ਪਾਰਟੀ ਦੇ ਲੋਕਾਂ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਇਹ ਪਾਰਟੀ ਬੀਜੇਪੀ ਦੇ ਵਿੱਚ ਨਹੀਂ ਸ਼ਾਮਲ ਹੋਣਾ ਚਾਹੀਦਾ ਸੀ, ਕਿਸੇ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਸੀ। ਕਿਉਂ? ਬੀਜੇਪੀ 'ਚ ਨੁਕਸ ਕੀ ਹੈ? ਜਦੋਂ ਉਹਨਾਂ ਨੇ ਕਿਸਾਨਾਂ ਦੇ ਕਾਨੂੰਨ ਆ ਜਿਹੜੇ ਉਹ ਰੱਦ ਕਰਤੇ ਆ, ਠੀਕ ਹੈ ਨਾ, ਔਰ ਬਹੁਤ ਹੋਰ ਵੀ ਵੱਡੇ ਮਜ਼ਦੂਰਾਂ ਦੇ ਵਪਾਰੀਆਂ ਦੇ ਹਿੱਤ ਵਿੱਚ ਵੀ ਮੋਦੀ ਸਾਹਿਬ ਬਹੁਤ ਵੱਡੇ ਐਲਾਨ ਕਰਨਗੇ, ਠੀਕ ਹੈ ਨਾ। ਤੇ ਬੀਜੇਪੀ ਕਿਸ ਪੱਖੋਂ ਮਾੜੀ ਹੈ? ਅਖੀਰਲੀ ਗੱਲ ਇਹ ਹੈ ਵੀ ਜੇ ਬੀਜੇਪੀ ਵੀ 17 ਸੀਟਾਂ ਤੁਹਾਨੂੰ ਨਹੀਂ ਦਿੰਦੀ, ਫਿਰ ਤੁਹਾਡਾ ਕੀ ਮੁੱਦਾ ਹੋਊਗਾ? ਤੁਸੀਂ ਕਿੱਥੇ ਜਾਓਗੇ, ਕੀ ਕਰੋਗੇ? ਉਹ ਦੇਖੋ ਜੀ, ਜੇ ਇਹ ਸਾਰੇ ਭਾਈਚਾਰਿਆਂ ਨੂੰ ਮੁੱਖ ਰੱਖ ਕੇ ਨਹੀਂ ਆਪਣਾ ਰਾਜਨੀਤਿਕ ਕੋਟੇ ਦੀ ਵੰਡ ਕਰ ਦੇਗੀ ਤਾਂ ਅਸੀਂ ਆਪਣੇ ਸਾਥੀਆਂ ਨਾਲ ਮਿਲ ਬੈਠ ਕੇ ਕੋਈ ਫੈਸਲਾ ਲਵਾਂਗੇ, ਠੀਕ ਹੈ ਨਾ। ਔਰ ਹੋ ਸਕਦਾ ਵੀ ਦੂਜੀਆਂ ਪਾਰਟੀਆਂ ਨੂੰ ਸਾਨੂੰ ਇਹਦਾ ਵੀ ਵਿਰੋਧ ਕਰਨਾ ਪਵੇ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਰਦਾਰ ਭੁਪਿੰਦਰ ਸਿੰਘ ਜੀ, ਸਮਾਜ ਸੇਵੀ ਵੀ ਆ, ਅੱਜ ਕੱਲ੍ਹ ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ। ਇਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਸੋਤਾ, ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੀਗੇ, ਉਹ ਵੀ ਬੀਜੇਪੀ ਵਿੱਚ ਚਲੇ ਗਏ ਆ। ਤੇ ਇਹਨਾਂ ਨੇ ਦੱਸਿਆ ਕਿ ਸਾਨੂੰ ਬੀਜੇਪੀ ਵਿੱਚ ਇਸ ਕਰਕੇ ਸ਼ਾਮਲ ਹੋਣਾ ਪਿਆ ਕਿ ਸਾਨੂੰ ਮਿਲਦਾ ਜਿਹੜਾ ਕੋਟਾ ਹੈ, 17 ਜਿਹੜੀਆਂ ਟਿਕਟਾਂ ਦੇਣੀਆਂ ਸੀਗੀਆਂ ਉਹ ਮਾਝੀ ਸਿੱਖ ਤੇ ਵਾਲਮੀਕ ਭਾਈਚਾਰੇ ਨੂੰ ਦੇਣੀਆਂ ਸੀ। ਨਾ ਸਾਨੂੰ ਕਾਂਗਰਸ ਪਾਰਟੀ ਨੇ ਦਿੱਤੀਆਂ, ਨਾ ਸਾਨੂੰ ਅਕਾਲੀ ਦਲ ਨੇ ਦਿੱਤੀਆਂ, ਤੇ ਨਾ ਹੀ ਸਾਨੂੰ ਆਮ ਆਦਮੀ ਪਾਰਟੀ ਨੇ ਦਿੱਤੀਆਂ। ਹੁਣ ਅਸੀਂ ਇਹਨਾਂ ਦਾ ਖਹਿੜਾ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਆ। ਜੇ ਬੀਜੇਪੀ ਦੇ ਵਿੱਚ ਵੀ ਇਹ ਸੀਟਾਂ ਜਿਹੜੀਆਂ ਸਾਨੂੰ ਨਹੀਂ ਦਿੱਤੀਆਂ ਜਾਂਦੀਆਂ ਤਾਂ ਅਸੀਂ ਬੈਠ ਕੇ ਕੋਈ ਹੋਰ ਪਲਾਨ ਕਰਾਂਗੇ। ਟਾਈਮ ਦੇ ਕਾਰਨ ਸਾਨੂੰ ਇਹ ਇੱਥੇ ਹੀ ਰੋਕਣਾ ਪੈ ਰਿਹਾ। ਫਿਰ ਅਗਲੀ ਵਾਰ ਅਸੀਂ ਹੋਰ ਕੋਈ ਗੱਲਬਾਤ ਕਰਾਂਗੇ, ਇਹਨਾਂ ਨੂੰ ਲਿਆਵਾਂਗੇ ਸਾਹਮਣੇ ਤੇ ਫਿਰ ਦੱਸਾਂਗੇ ਕਿ ਇਹ ਅੱਜ ਜਿਹੜਾ ਇਹਨਾਂ ਨੂੰ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਕਿਉਂ ਹੋਣਾ ਪਿਆ। ਮੈਂ ਨਿਰਭੈ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾਂ, ਅਸੀਂ ਇਹਨਾਂ ਦਾ ਭੁਪਿੰਦਰ ਸਿੰਘ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਚੈਨਲ ਨਿਰਭੈ ਸੱਚ ਨੂੰ YouTube ਤੇ